ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ। ਪੰਜਾਬ ਦੇ ਹਰ ਹਿੱਸੇ ਦੇ ਵਿੱਚ ਧੁੱਪ ਨਿਕਲੀ ਆ, ਪੂਰੇ ਪੰਜਾਬ 'ਚ ਨਿਕਲੀ ਹੈ ਤੇ ਸਵੇਰ ਦੇ ਵੇਲੇ ਦੀ ਨਿਕਲੀ ਹੋਈ ਧੁੱਪ ਤੇ ਆਥਣ ਵੇਲੇ ਤੱਕ ਰਹੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 2-3 ਦਿਨ ਪੰਜਾਬ ਦੇ ਵਿੱਚ ਇਵੇਂ ਹੀ ਸੋਹਣੀ ਧੁੱਪ ਨਿਕਲਣੀ ਆ ਤੇ ਧੁੱਪ ਨਿਕਲਣ ਦੇ ਕਰਕੇ ਆਥਣ ਦੇ ਵੇਲੇ ਠੰਡ ਦਾ ਥੋੜ੍ਹਾ ਜਿਹਾ ਅਸਰ ਘੱਟ ਸੀ। ਪਰ ਸਵੇਰ ਦੇ ਵੇਲੇ ਲੰਘੇ ਕੱਲ੍ਹ ਬਹੁਤ ਧੁੰਦ ਪਈ, ਤਰੇਲ ਬੇਹੱਦ ਪਈ, ਪੂਰਾ ਬੜਾ ਪਿਆ ਤੇ ਠਾਰੀ ਪੂਰੀ ਸੀ। ਪਰ ਜਦੋਂ ਧੁੱਪ ਨਿਕਲੀ ਹੋਈ ਸੀ ਉਦੋਂ ਵੀ ਹਵਾ ਚੱਲਦੀ ਰਹੀ ਹੈ, ਜਿਹਦੇ ਕਰਕੇ ਧੁੱਪ ਦਾ ਉਹਨਾਂ ਸਰੂਰ ਜਾਂ ਧੁੱਪ ਦਾ ਉਹਨਾਂ ਨਸ਼ਾ ਜਿਹਾ ਨਹੀਂ ਰਿਹਾ। ਮੌਸਮ ਵਿਭਾਗ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਮੀਂਹ ਕਣੀ ਦੀ ਸੰਭਾਵਨਾ ਆਉਂਦੇ 1 ਹਫ਼ਤੇ ਤੱਕ ਬਿਲਕੁਲ ਵੀ ਨਹੀਂ। ਬਾਕੀ ਸਮਾਂ ਬਿਆਨ ਕਰੂ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੀਆਂ ਚੋਣਾਂ ਨਾਲ ਸੰਬੰਧਿਤ। ਪੰਜਾਬ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਹੋ ਰਿਹਾ। ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ। ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ 31 ਜਨਵਰੀ ਤੱਕ ਰੋਕ ਲਾ ਦਿੱਤੀ ਗਈ ਹੈ। ਬੀਜੇਪੀ ਦੇ ਵੱਲੋਂ ਆਪਣੇ 27 ਉਮੀਦਵਾਰਾਂ ਦੀ ਪਹਿਲਾਂ ਸੂਚੀ ਜਾਰੀ ਕੀਤੀ ਗਈ, ਬਾਅਦ ਦੇ ਵਿੱਚ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਯਾਨੀ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ 12 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਐਲਾਨ ਦਿੱਤੀ ਗਈ ਹੈ ਤੇ ਇੱਕ ਦੂਜੇ ਦੇ ਪੈਰ ਮਿੱਧਣ ਦੀਆਂ ਬੜੀਆਂ ਖਬਰਾਂ ਆ ਰਹੀਆਂ, ਕਿਉਂਕਿ ਜਿਸ ਤਰੀਕੇ ਦੌਰਾਨ ਲੰਘੇ ਕੱਲ੍ਹ ਜਗਮੋਹਨ ਸਿੰਘ ਕੰਗ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਆ, ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਦੋਸ਼ ਲਾਏ ਗਏ ਆ, ਉਹ ਵੀ ਅਚੰਭਿਤ ਕਰਨ ਵਾਲੇ ਆ। ਉਹ ਕਹਿੰਦੇ ਜੀ ਮੈਂ ਬਹੁਤ ਸਰਗਰਮ ਸਾਂ, ਮੈਂ ਬਹੁਤ ਸੇਵਾ ਕੀਤੀ ਹੈ, ਹਾਈ ਕਮਾਨ ਮੇਰੇ ਪੱਖ ਦੇ ਵਿੱਚ ਸੀ, ਸੋਨੀਆ ਗਾਂਧੀ ਤੱਕ ਦੇ ਵੱਲੋਂ ਮੈਨੂੰ ਟਿਕਟ ਦੇਣ ਦੀ ਤਿਆਰੀ ਸੀ, ਪਰ ਚਰਨਜੀਤ ਸਿੰਘ ਚੰਨੀ ਨੇ ਜਾਣ ਬੁੱਝ ਕੇ ਮੇਰੀ ਟਿਕਟ ਦੇ ਉੱਤੇ ਕਾਂਟਾ ਫਿਰਵਾਇਆ। ਇਹਨਾਂ ਨੇ ਮੇਰੇ ਖਿਲਾਫ ਬੜੀ ਵੱਡੀ ਸਾਜ਼ਿਸ਼ ਰਚੀ ਹੈ। ਉਹਨਾਂ ਨੇ ਤਾਂ ਇਹ ਵੀ ਗੱਲ ਕਹਿਤੀ ਹੈ ਕਿ ਇੰਨੇ ਕਰੋੜ ਰੁਪਈਆ ਲੈ ਕੇ ਇਹਨਾਂ ਨੇ ਕਿਸੇ ਹੋਰ ਨੂੰ ਟਿਕਟ ਦਵਾਈ ਹੈ, ਯਾਨੀ ਕਿ ਇਹੋ ਜਿਹਾ ਕੰਮ ਵੀ ਅੱਜ ਕੱਲ੍ਹ ਚੱਲ ਰਿਹਾ। ਉੱਧਰੋਂ ਜਿਨ੍ਹਾਂ ਦੀ ਟਿਕਟ ਦੂਜੀ ਸੂਚੀ ਦੇ ਵਿੱਚ ਕੱਟੀ ਗਈ ਹੈ ਉਹਨਾਂ ਦੇ ਵੱਲੋਂ ਬਗਾਵਤ ਦੇ ਤੇਵਰ ਦਿਖਾ ਦਿੱਤੇ ਗਏ ਆ। ਸਤਵਿੰਦਰ ਬਿੱਟੀ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕਰਕੇ ਸ਼ਾਇਦ ਆਜ਼ਾਦ ਤੌਰ 'ਤੇ ਚੋਣ ਲੜੀ ਜਾਵੇ। ਉੱਧਰੋਂ ਬੀਬੀ ਸਤਕਾਰ ਕੌਰ ਜਿਹਨਾਂ ਦੀ ਫਿਰੋਜ਼ਪੁਰ ਦੇ ਹੱਥ ਤੋਂ ਟਿਕਟ ਕੱਟੀ ਗਈ ਹੈ, ਉਹਨਾਂ ਦੇ ਵੱਲੋਂ ਵੀ ਆਪਣੇ ਸਮਰਥਕਾਂ ਦਾ ਇਕੱਠ ਸੱਦਿਆ ਗਿਆ। ਸਮਰਾਲੇ ਦੇ ਵਿਧਾਇਕ ਨੇ ਅਮਰੀਕ ਸਿੰਘ ਢਿੱਲੋਂ, ਉਹਨਾਂ ਨੇ ਕਿਹਾ ਜੀ ਕਿ ਮੈਂ ਆਜ਼ਾਦ ਚੋਣ ਲੜਨੀ ਆ, ਬਹੁਤ ਜਲਦ ਕਾਗਜ਼ ਦਾਖਲ ਕਰ ਰਿਹਾ। ਦਾਮਨ ਸਿੰਧ ਬਾਜਵਾ ਦੇ ਵੱਲੋਂ ਵੀ ਬਗਾਵਤੀ ਤੇਵਰ ਦਿਖਾਏ ਗਏ ਆ ਤੇ ਜਗਮੋਹਨ ਸਿੰਘ ਕੰਗ ਨੇ ਵੀ ਇਹ ਗੱਲ ਕਹਿਤੀ ਹੈ ਕਿ ਮੈਂ ਵੀ ਆਜ਼ਾਦ ਤੌਰ 'ਤੇ ਚੋਣ ਲੜੂੰਗਾ। ਯਾਨੀ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਆਪਣਿਆਂ ਦੇ ਵੱਲੋਂ ਹੀ ਬਹੁਤ ਵੱਡੀ ਚੁਣੌਤੀ ਦਿੱਤੀ ਜਾਊਗੀ, ਭਾਵੇਂ ਇਹ 5-5 ਹਜ਼ਾਰ ਵੋਟ ਤੋੜਨ, ਭਾਵੇਂ 10-10 ਹਜ਼ਾਰ ਤੋੜਨ ਤੇ ਭਾਵੇਂ ਤੋੜਨ 15-15 ਹਜ਼ਾਰ। ਟੁੱਟਣੀ ਬਹੁਤੀ ਕਾਂਗਰਸ ਦੀ ਵੋਟ ਆ, ਇਸ ਕਰਕੇ ਉਹਨਾਂ ਥਾਵਾਂ ਦੇ ਉੱਤੇ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗਣ ਦੀ ਆਸ ਹੈ। ਪਰ ਇੱਕ ਗੱਲ ਹੋਰ ਦੱਸਣੀ ਬਣਦੀ ਹੈ, ਲੰਘੇ ਕੱਲ੍ਹ ਬੀਜੇਪੀ ਦੇ ਵੱਲੋਂ ਜਿਹੜੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਹਦੇ ਵਿੱਚ ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ ਨੂੰ ਟਿਕਟ ਨਹੀਂ ਦਿੱਤੀ ਗਈ, ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹਨਾਂ ਦੀ ਥਾਂ ਦੇ ਉੱਤੇ ਆਪਾਂ ਜਾਣਦੇ ਜੱਗਾ ਹੋਰਾਂ ਨੂੰ ਟਿਕਟ ਮਿਲ ਗਈ ਹੈ। ਜੱਗਾ ਹੋਰੀ ਉਹ ਵਿਅਕਤੀ ਹੈ ਜਿਹੜੇ ਕਿ ਕੁਝ ਕੁ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ ਹੋਏ, ਪਰ ਟਿਕਟ ਮਿਲ ਗਈ ਇੱਧਰਲੇ ਪਾਸਿਓਂ, ਉਹ ਫਿਰ ਥੋੜ੍ਹਾ ਕੁ ਸਮਾਂ ਪਹਿਲਾਂ ਹੀ ਬੀਜੇਪੀ 'ਚ ਸ਼ਾਮਲ ਹੋ ਗਏ ਤੇ ਹੁਣ ਟਿਕਟ ਇੱਧਰੋਂ ਮਿਲ ਗਈ ਹੈ। ਪਰ ਹਰਜੀਤ ਗਰੇਵਾਲ ਜਿਨ੍ਹਾਂ ਨੇ ਕਿ ਬੇਹੱਦ ਬੋਲਿਆ ਕਿਸਾਨ ਅੰਦੋਲਨ ਦੇ ਮੌਕੇ, ਉਹਨਾਂ ਦੀ ਟਿਕਟ ਦੇ ਉੱਤੇ ਜਦੋਂ ਕਾਂਟਾ ਫਿਰ ਗਿਆ, ਉਹ ਕਹਿੰਦੇ ਮੈਂ ਅਪਲਾਈ ਹੀ ਨਹੀਂ ਕੀਤਾ, ਨਹੀਂ ਮਿਲੀ ਟਿਕਟ, ਕੋਈ ਗੱਲ ਨਹੀਂ, ਪਰ ਮੈਂ ਪਾਰਟੀ ਦੇ ਨਾਲ ਹੀ ਰਹੂੰਗਾ। ਉੱਧਰੋਂ ਪਤਾ ਲੱਗਾ ਜੀ ਕਿ ਹਰਜੋਤ ਕਮਲ ਹੋਰਾਂ ਨੂੰ ਟਿਕਟ ਮਿਲੀ ਹੈ ਬੀਜੇਪੀ ਦੀ ਮੋਗਾ ਖੇਤਰ ਤੋਂ ਤੇ ਉੱਧਰੋਂ ਵਿਜੇ ਸਾਂਪਲਾ ਨੂੰ ਮਿਲ ਗਈ ਆ ਫਗਵਾੜੇ ਤੋਂ ਤੇ ਉੱਧਰ ਪਤਾ ਲੱਗਾ ਫਤਿਹ ਜੰਗ ਬਾਜਵਾ ਹੋਰਾਂ ਨੂੰ ਬਟਾਲੇ ਤੋਂ ਟਿਕਟ ਮਿਲ ਗਈ ਹੈ। ਤੇ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਆਪਣੀਆਂ 65 ਸੀਟਾਂ ਦੇ ਉੱਤੇ ਕਮਾਲ ਕਰਕੇ ਦਿਖਾਵਾਂਗੇ, ਬਾਕੀ ਕਹਿੰਦੇ ਅਸੀਂ ਵੀ ਕਰਾਂਗੇ। ਪਰ ਜਿਹੜੀ ਪਹਿਲੀ ਵੱਡੀ ਖਬਰ ਮੈਂ ਗੱਲ ਸਾਂਝੀ ਕਰਨ ਲੱਗਾ ਸੀ ਸੁਖਪਾਲ ਸਿੰਘ ਖਹਿਰਾ ਦੀ, ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ ਹੈ। ਇਹ ਖਹਿਰਾ ਪਰਿਵਾਰ ਦੇ ਲਈ ਤੇ ਭੁਲੱਥ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਵਾਸਤੇ ਚੰਗੀ ਤੇ ਵੱਡੀ ਖਬਰ ਬਣੀ ਜਾ ਸਕਦੀ ਹੈ। ਸੁਖਪਾਲ ਸਿੰਘ ਖਹਿਰਾ ਪਿਛਲੇ ਕਾਫੀ ਮਹੀਨਿਆਂ ਤੋਂ ਆਪਾਂ ਜਾਣਦੇ ਹਾਂ ਕਿ ਜੇਲ੍ਹ ਦੇ ਵਿੱਚ ਬੰਦ ਹੈ, ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਹੈ। ਮਨੀ ਲਾਂਡਰਿੰਗ ਦਾ ਕੇਸ ਦਰਜ ਹੋਇਆ, ਬਹੁਤ ਕੁਝ ਉਹਨਾਂ ਦੇ ਨਾਲ ਹੋਰ ਵੀ ਜੁੜਿਆ। ਸਿਆਸਤ ਉਹਨਾਂ ਦੇ ਅੰਦਰ ਬੈਠਿਆਂ ਵੀ ਭਖੀ ਹੋਈ ਹੈ, ਉਹਨਾਂ ਦੇ ਨਾਂ ਦੇ ਉੱਤੇ ਲਗਾਤਾਰ ਸਿਆਸਤ ਅੱਗੇ ਤੋਂ ਅੱਗੇ ਵਧ ਰਹੀ ਹੈ। ਪਰ ਹੁਣ ਜਦੋਂ ਖਹਿਰਾ ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ, ਮਾਣਯੋਗ ਅਦਾਲਤ ਦੇ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਆ। ਅੱਜ ਦੀ ਤਰੀਕ ਦੇ ਵਿੱਚ ਸ਼ਾਇਦ ਦੁਪਹਿਰ ਤੱਕ ਜਾਂ ਦੁਪਹਿਰੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਵੀ ਆ ਜਾਣਗੇ। ਉਹਨਾਂ ਨੇ ਕਾਗਜ਼ ਦਾਖਲ ਕਰਨੇ ਆ, ਉਸ ਤੋਂ ਬਾਅਦ ਆਪਣੇ ਹਲਕੇ ਦੇ ਵਿੱਚੋਂ ਸਰਗਰਮ ਰਹਿਣਗੇ। ਤੇ ਇਹ ਬੜਾ ਜ਼ਰੂਰੀ ਵੀ ਸੀ ਜੇਕਰ ਉਹਨਾਂ ਨੇ ਆਪਣੇ ਖੇਤਰ ਦੇ ਵਿੱਚ ਆ ਕੇ ਚੋਣ ਲੜਨੀ ਆ। ਤੇ ਜੇਕਰ ਬੰਦਾ ਚੋਣਾਂ ਤੋਂ 20 ਦਿਨ ਪਹਿਲਾਂ ਤੱਕ ਵੀ ਆਪਣੇ ਹਲਕੇ ਦੇ ਵਿੱਚ ਨਾ ਹੋਵੇ ਕਿਸੇ ਵੀ ਕਾਰਨ ਦੇ ਕਰਕੇ, ਉਹਦੀ ਜਿੱਤ ਦੇ ਉੱਤੇ ਮੋਹਰ ਲੱਗਣ ਦੀ ਸੰਭਾਵਨਾ ਘਟ ਜਾਂਦੀ ਹੈ। ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਇਹ ਗੱਲ ਚੇਤੇ ਹੈ ਕਿ ਇੱਕ ਵਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ 1999 ਦੀ ਸ਼ਾਇਦ ਇਹ ਗੱਲ ਹੈ, ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਰਿਕਾਰਡ ਤੋੜ ਵੋਟਾਂ ਦੇ ਫਰਕ ਦੇ ਨਾਲ ਲੋਕ ਸਭਾ ਦੀ ਚੋਣ ਜਿੱਤ ਗਏ ਸੀ। ਪਰ ਉਹ ਵੇਲਾ ਸੀ, ਅੱਜ ਉਹ ਵੇਲਾ ਨਹੀਂ ਹੈ।
ਅੱਜ ਉਹ ਵੇਲਾ ਜਦੋਂ ਬੰਦਾ ਹਾਜ਼ਰ ਵੀ ਹੋਵੇ ਤੇ ਉਸ ਵਕਤ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਉਹ ਵੇਲਾ ਸੀ ਜਦੋਂ ਜੇਲ੍ਹ ਦੇ ਵਿੱਚ ਬੈਠੇ ਵੀ ਇੱਕ ਨਵਾਂ ਰਿਕਾਰਡ ਪੈਦਾ ਹੋ ਗਿਆ ਸੀ। ਪਰ ਕੀ ਸੁਖਪਾਲ ਸਿੰਘ ਖਹਿਰਾ ਐਤਕੀ ਭੁਲੱਥ ਸੀਟ ਜਿੱਤ ਸਕਣਗੇ? ਕੀ ਬੀਬੀ ਜਗੀਰ ਕੌਰ ਨੂੰ ਤਿੱਖਾ ਮੁਕਾਬਲਾ ਦੇ ਸਕਣਗੇ? ਕੀ ਇਹਨਾਂ ਦੇ ਨਾਲ ਜੋ ਮਨੀ ਲਾਂਡਰਿੰਗ ਦੀ ਗੱਲ ਜੁੜੀ ਹੈ ਇਹ ਲੋਕਾਂ ਦੇ ਚੇਤੇ ਦੇ ਵਿੱਚੋਂ ਵਾਸ਼ ਹੋ ਸਕੂਗੀ? ਕੀ ਇਹ ਆਪਣੇ ਆਪ ਨੂੰ ਪਾਕ ਸਾਫ਼ ਸਾਬਤ ਕਰ ਸਕਣਗੇ? ਇਹ ਬਹੁਤ ਸਾਰੇ ਸਵਾਲ ਆ ਸੁਖਪਾਲ ਸਿੰਘ ਖਹਿਰਾ ਦੇ ਮੂਹਰੇ, ਜਿਨ੍ਹਾਂ ਦੇ ਉੱਤਰ ਉਹਨਾਂ ਨੇ ਲੋਕਾਂ ਦੀਆਂ ਕਚਹਿਰੀਆਂ ਦੇ ਵਿੱਚ ਜਾ ਕੇ, ਲੋਕਾਂ ਦੀਆਂ ਢਾਣੀਆਂ 'ਚ ਜਾ ਕੇ, ਲੋਕਾਂ ਦੇ ਇਕੱਠ ਦੇ ਵਿੱਚ ਜਾ ਕੇ ਦੇਣੇ ਆ। ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦੇ ਵੱਲੋਂ ਲੰਮਾ ਸਮਾਂ ਪ੍ਰਚਾਰ ਕੀਤਾ ਗਿਆ ਪਿਤਾ ਦੀ ਗੈਰ ਹਾਜ਼ਰੀ ਦੇ ਵਿੱਚ। ਬਾਕੀ ਸਮਾਂ ਬਿਆਨ ਕਰੂਗਾ ਕਿ ਬੀਬੀ ਜਗੀਰ ਕੌਰ ਤੇ ਸੁਖਪਾਲ ਸਿੰਘ ਖਹਿਰਾ ਦਾ ਮੁਕਾਬਲਾ ਕਿੱਥੇ ਜਾ ਕੇ ਖੜਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਘਿਰੇ ਕਾਂਗਰਸੀ ਨੇਤਾ ਤੇ ਭੁਲੱਥ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੰਘੇ ਕੱਲ੍ਹ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੁਝ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਹੈ। ਫਿਲਹਾਲ ਪਟਿਆਲਾ ਜੇਲ੍ਹ ਦੇ ਵਿੱਚ ਖਹਿਰਾ ਬੰਦ ਨੇ। ਜਲਦ ਹੀ ਹਾਈ ਕੋਰਟ ਦੇ ਆਦੇਸ਼ ਜੇਲ੍ਹ ਅਥਾਰਟੀ ਨੂੰ ਮਿਲਣ ਤੋਂ ਬਾਅਦ ਉਹ ਬਾਹਰ ਆ ਜਾਣਗੇ। ਤੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਨੋਮੀਨੇਸ਼ਨ ਪੇਪਰ ਦਾਖਲ ਕਰਨ ਦੇ ਲਈ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ। ਮੋਹਾਲੀ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਸੁਖਪਾਲ ਸਿੰਘ ਖਹਿਰਾ ਨੂੰ 31 ਜਨਵਰੀ ਨੂੰ ਚੋਣ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਉਹ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਸਕਣ। ਪਰ ਬਾਅਦ ਦੇ ਵਿੱਚ ਨਿਯਮਤ ਜ਼ਮਾਨਤ ਮਿਲਣ ਦੀ ਖਬਰ ਆਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖਹਿਰੇ ਨੂੰ ਪਿਛਲੇ ਸਾਲ 11 ਨਵੰਬਰ 2021 ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ਾਂ ਦੇ ਮੁਤਾਬਕ ਉਹਨਾਂ ਦੇ ਡਰੱਗ ਤਸਕਰਾਂ ਨਾਲ ਸੰਬੰਧ ਦੱਸੇ ਗਏ ਨੇ। ਈਡੀ ਨੇ ਪਿਛਲੇ ਹਫ਼ਤੇ ਹੀ ਖਹਿਰਾ ਦੇ ਖਿਲਾਫ ਇਸ ਮਾਮਲੇ 'ਚ ਚਾਰਜ ਸ਼ੀਟ ਦਾਇਰ ਕੀਤੀ ਸੀ। ਫਾਜ਼ਿਲਕਾ ਡਰੱਗ ਸਮਗਲਿੰਗ ਰੈਕਟ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ। ਦੂਜੇ ਪਾਸੇ ਖਹਿਰਾ ਨੇ ਦੋਸ਼ ਲਾਇਆ ਸੀ ਕਿ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣ ਤੇ ਕੇਂਦਰ ਨੇ ਮੈਨੂੰ ਨਿਸ਼ਾਨਾ ਬਣਾਇਆ। ਇੱਕ ਪਾਸੇ ਪੰਜਾਬ ਸਰਕਾਰ ਡਰੱਗ ਸਮੇਤ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੇ ਉੱਤੇ ਚੋਣ ਲੜ ਰਹੀ ਹੈ, ਦੂਜੇ ਪਾਸੇ ਖਹਿਰਾ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਖਹਿਰਾ ਦਾ ਵਿਰੋਧ ਕਰਨ ਵਾਲੇ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ। ਕਾਂਗਰਸ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ। ਖਹਿਰਾ ਨੇ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ 2017 ਦੇ ਵਿੱਚ ਭੁਲੱਥ ਤੋਂ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ। ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਵਿਕਰਮ ਚੌਧਰੀ ਮਾਮਲੇ ਦੇ ਵਿੱਚ ਖਹਿਰਾ ਦੇ ਪੱਖ ਤੋਂ ਪੈਰਵੀ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰ ਬੰਦੇ ਦੇ ਵਿੱਚ ਕੁਝ ਗੱਲਾਂ ਨੈਗੇਟਿਵ ਤੇ ਕੁਝ ਗੱਲਾਂ ਪੋਜ਼ਿਟਿਵ ਹੁੰਦੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਨੇ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਚੁੱਕੇ ਆ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਨੂੰ ਜੇਕਰ ਪਰੇ ਕਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਕੁ ਵੱਡੇ ਬੁਲਾਰੇ ਆ ਤੇ ਕਾਂਗਰਸ ਦੇ ਵਿੱਚ ਕਿੰਨੇ ਕੁ ਵੱਡੇ ਬੁਲਾਰੇ ਆ। ਖਹਿਰੇ ਨੂੰ ਤਰਕ ਦਾ ਤੇ ਤੱਥ ਦਾ ਪਤਾ, ਇਹਦੇ ਕਰਕੇ ਉਹਦੇ ਵੱਲੋਂ ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ ਗਿਆ। ਇਹਦੇ ਵਿੱਚ ਦੋ ਰਾਏ ਕੋਈ ਨਹੀਂ। ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ 'ਚੋਂ ਪਰੇ ਕੀਤਾ ਗਿਆ, ਜਿਵੇਂ ਕਾਂਗਰਸ ਦੇ ਵਿੱਚ ਦਾਖਲਾ ਹੋਇਆ ਤੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਚੁੱਪ ਵੱਟ ਲਈ ਗਈ ਖਹਿਰੇ ਦੇ ਇਸ ਮਾਮਲੇ ਦੇ ਉੱਤੇ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਹੋਏ, ਤੇ ਇਹਦੇ ਉੱਤੇ ਵੀ ਅਸੀਂ ਕਈ ਵਾਰ ਸਵਾਲ ਚੁੱਕੇ ਸੀ ਕਿ ਇੱਕ ਵਾਰ ਬੇਸ਼ੱਕ ਰਾਤ ਦੇ ਵੇਲੇ ਚਰਨਜੀਤ ਸਿੰਘ ਚੰਨੀ ਖਹਿਰੇ ਦੇ ਘਰ ਦੇ ਵਿੱਚ ਜਾ ਕੇ ਟੱਬਰ ਦੇ ਜੀਆਂ ਨੂੰ ਮਿਲ ਕੇ ਆਏ ਆ, ਪਰ ਕਿਸੇ ਵੀ ਕਾਂਗਰਸੀ ਨੇ ਨੰਗੇ ਚਿੱਟੇ ਤੌਰ ਦੇ ਉੱਤੇ, ਸ਼ਰੇਆਮ ਤੌਰ ਦੇ ਉੱਤੇ ਇਹ ਗੱਲ ਨਹੀਂ ਕਹੀ ਵੀ ਅਸੀਂ ਖਹਿਰੇ ਦੇ ਨਾਲ ਆ। ਧੱਕਾ ਕੀਤਾ ਜਾ ਰਿਹਾ। ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਹੀ ਜੇਕਰ ਮੰਨ ਲਓ ਰਹਿੰਦੇ, ਮੰਨ ਲਓ ਕਿ ਉਹਨਾਂ ਨੂੰ ਜ਼ਮਾਨਤ ਨਾ ਮਿਲਦੀ ਤਾਂ ਇਸ ਸੀਟ ਦੇ ਉੱਤੇ ਚੁਣੌਤੀ ਤੋਂ ਵੀ ਅਗਲੀ ਗੱਲ ਹੋਣੀ ਸੀ, ਕਿਉਂਕਿ ਬੀਬੀ ਜਗੀਰ ਕੌਰ ਦੇ ਵੱਲੋਂ ਪ੍ਰਚਾਰ ਆਪਣਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਖਾਇਆ ਹੋਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਵੀ ਇੱਥੇ ਪ੍ਰਚਾਰ ਭਖਾਇਆ ਹੋਇਆ। ਬਾਕੀ ਵੀ ਜਿਹੜੀਆਂ ਛੋਟੀਆਂ ਵੱਡੀਆਂ ਧਿਰਾਂ ਉਹਨਾਂ ਦੇ ਵੱਲੋਂ ਪ੍ਰਚਾਰ ਆਪਣਾ ਤਿੱਖਾ ਕੀਤਾ ਗਿਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਹੁਣ ਸੁਖਪਾਲ ਸਿੰਘ ਖਹਿਰਾ ਇੰਨੇ ਪਛੜ ਕੇ ਜਦੋਂ ਲੋਕਾਂ ਦੇ ਵਿੱਚ ਵਿਚਰਨਗੇ ਤਾਂ ਕੀ ਲੋਕ ਉਹਨਾਂ ਦੇ ਨਾਲ ਸਹਿਮਤ ਹੋਣਗੇ? ਕੀ ਲੋਕ ਉਹਨਾਂ ਦੀ ਕਹਾਣੀ ਸੁਣ ਕੇ ਉਹਨਾਂ ਨੂੰ ਨਿਰਦੋਸ਼ ਮੰਨਣਗੇ? ਹਾਲਾਂਕਿ ਸੁਖਪਾਲ ਸਿੰਘ ਖਹਿਰਾ ਨੇ ਸਮੇਂ-ਸਮੇਂ 'ਤੇ ਗੱਲ ਕਹੀ ਹੈ ਕਿ ਰਾਜਨੀਤੀ ਦੇ ਤਹਿਤ ਹੀ ਮੇਰਾ ਸਿਆਸੀ ਕਤਲ ਕਰਨ ਦੇ ਲਈ ਸਾਰਾ ਕੁਝ ਕੀਤਾ ਗਿਆ। ਉਹਨਾਂ ਦੇ ਸੁਪੁੱਤਰ ਦੇ ਨਾਲ ਅਸੀਂ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਇੰਟਰਵਿਊ ਕੀਤੀ ਸੀ ਮਹਿਤਾਬ ਸਿੰਘ ਦੇ ਨਾਲ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਇਸ ਮਾਮਲੇ ਦੇ ਵਿੱਚ ਕੋਈ ਦੋਸ਼ ਸਾਬਤ ਤਾਂ ਕਦੇ ਹੋਇਆ ਹੀ ਨਹੀਂ। ਦੋਸ਼ ਲਾਉਣੇ ਵੱਖਰੀ ਗੱਲ ਹੈ, ਦੋਸ਼ ਸਾਬਤ ਕਰਨੇ ਵੱਖਰੀ ਗੱਲ ਹੈ। ਪਰ ਉਹਨਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਕੋਈ ਦੋਸ਼ ਸਾਬਤ ਨਹੀਂ ਹੁੰਦਾ ਉਨੀ ਦੇਰ ਤੱਕ ਅਦਾਲਤਾਂ ਬੇਸ਼ੱਕ ਕਾਨੂੰਨੀ ਕਾਰਵਾਈ ਕਰਦੀਆਂ, ਪਰ ਪਰਚਿਆਂ ਵਾਲੀ ਗੱਲ ਕਿਹੜੀ ਬਣਦੀ ਹੈ? ਈਡੀ ਦੇ ਕੋਲੇ ਕਿਹੜੇ ਸਬੂਤ ਆ ਇਹਦੇ ਬਾਬਤ? ਉਹ ਕਹਿੰਦੇ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਲੱਗਾ। ਪਰ ਸੁਖਪਾਲ ਸਿੰਘ ਖਹਿਰਾ ਦੇ ਜੇਲ੍ਹ ਦੇ ਵਿੱਚ ਬੈਠਿਆਂ ਰਾਜਨੀਤੀ ਬੜੇ ਵੱਡੇ ਪੱਧਰ ਤੇ ਭਖੀ। ਖਹਿਰਾ ਹੋਰਾਂ ਦੇ ਵੱਲੋਂ, ਨਵਤੇਜ ਸਿੰਘ ਚੀਮਾ ਦੇ ਵੱਲੋਂ, ਬਲਵਿੰਦਰ ਸਿੰਘ ਢਾਲੀਵਾਲ ਤੇ ਬਾਵਾ ਹੈਨਰੀ, ਇਹਨਾਂ ਚਾਰਾਂ ਵਿਧਾਇਕਾਂ ਦੇ ਵੱਲੋਂ ਮੰਗ ਕੀਤੀ ਗਈ ਕਾਂਗਰਸ ਹਾਈ ਕਮਾਨ ਦੇ ਕੋਲੋਂ ਕਿ ਜਿਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀ ਤੋਂ ਖੜਾ ਕੀਤਾ ਗਿਆ ਆਜ਼ਾਦ, ਇਹਨਾਂ ਦੇ ਉੱਤੇ ਪਾਰਟੀ ਕਾਰਵਾਈ ਕਰੇ, ਪਾਰਟੀ ਦੇ ਵਿੱਚੋਂ ਬਾਹਰ ਕੱਢੇ। ਬਾਅਦ ਦੇ ਵਿੱਚ
ਰਾਣਾ ਗੁਰਜੀਤ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਇੰਨੇ ਵੱਡੇ ਦਾਗ ਲੱਗੇ ਆ, ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਾਰਟੀ ਨੂੰ ਕਮਜ਼ੋਰ ਕੀਤਾ ਗਿਆ, ਇਹਨਾਂ ਨੂੰ ਤੇ ਇਹਨਾਂ ਦੇ ਸਾਰੇ ਟੱਬਰ ਨੂੰ ਪਾਰਟੀ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਤੇ ਟਿਕਟ ਰੱਦ ਕਰ ਦਿੱਤੀ ਜਾਵੇ। ਮਤਲਬ ਇਹ ਆ ਵੀ ਇਸ ਮਾਮਲੇ ਦੇ ਉੱਤੇ ਰਾਜਨੀਤੀ ਸਿਖਰ ਤੇ ਹੁੰਦੀ ਰਹੀ ਆ। ਹੁਣ ਵੀ ਆਪਾਂ ਜਾਣਦੇ ਹਾਂ, ਪਰਸੋਂ ਜਦੋਂ ਚੰਡੀਗੜ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਕਿਹਾ ਕਿ ਚੰਨੀ ਸਰਕਾਰ ਨੇ ਮੇਰੇ ਉੱਤੇ ਤਾਂ ਪਰਚਾ ਦਰਜ ਕਰਵਾਤਾ। ਆਖੇ ਜੀ ਇਹ ਬੰਦਾ ਵੱਖ-ਵੱਖ ਬੰਦਿਆਂ ਨਾਲ ਮਿਲ ਕੇ ਚੱਲਦਾ ਰਿਹਾ, ਡਰੱਗ ਦਾ ਪਰਚਾ ਦਰਜ ਹੋ ਗਿਆ। ਪਰ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲੇ ਦੇ ਵਿੱਚ, ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੈਠੇ ਆ ਤੇ ਪਰ ਇਸ ਦੇ ਬਾਵਜੂਦ ਕਾਂਗਰਸ ਉਹਨਾਂ ਨੂੰ ਭਲੱਥ ਤੋਂ ਟਿਕਟ ਦੇ ਦਿੰਦੀ ਹੈ। ਯਾਨੀ ਕਿ ਖਹਿਰਾ ਹੋਰੀ ਬੇਸ਼ੱਕ ਜੇਲ੍ਹ ਦੇ ਵਿੱਚ ਬੰਦ ਸੀ, ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਸਿਖਰ ਦੇ ਉੱਤੇ ਰਹੀ ਹੈ। ਹੁਣ ਖਹਿਰਾ ਹੋਰੀ ਜਦੋਂ ਅੱਜ ਬਾਹਰ ਆ ਜਾਣਗੇ ਤਾਂ ਕਿਹੋ ਜਿਹਾ ਚੋਣ ਦੰਗਲ ਭਖਦਾ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਮੁਕਾਬਲਾ ਇੱਥੇ ਵੀ ਹੌਟ ਸੀਟ ਵਾਲਾ ਬਣ ਗਿਆ। ਇਸ ਵੇਲੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦਾ ਇਕੱਠੇ ਚੋਣ ਲੜਨਾ, ਯਾਨੀ ਕਿ ਇੱਕ ਦੂਜੇ ਦੇ ਖਿਲਾਫ ਚੋਣ ਲੜਨਾ, ਲੋਕਾਂ ਦਾ ਧਿਆਨ ਖਿੱਚਣ ਵਾਲੀ ਪੂਰੀ ਗੱਲ ਬਣੀ ਪਈ ਹੈ। ਹਰ ਬੰਦਾ ਇਹ ਗੱਲ ਕਰਦਾ ਵੀ ਕੌਣ ਜਿੱਤੂ, ਤੁਹਾਡੇ ਖਿਆਲ 'ਚ ਕੀ ਬਣੂ? ਕੀ ਮਜੀਠੀਆ ਜਿੱਤ ਜੂ ਕਿ ਨਹੀਂ ਜਿੱਤੂ? ਸਿੱਧੂ ਦਾ ਕੀ ਬਣੂ? ਸਿੱਧੂ ਬੋਲਦਾ ਬਹੁਤ ਹੈ, ਪਤਾ ਨਹੀਂ ਐਤਕੀ ਮਜੀਠੀਏ ਦੇ ਖਿਲਾਫ ਜਿੱਤ ਸਕੂ ਕਿ ਨਹੀਂ। ਕਾਂਗਰਸ ਮਜੀਠੀਏ ਦੇ ਖਿਲਾਫ ਭੁਗਤੂ ਜਾਂ ਹੱਕ ਦੇ ਵਿੱਚ ਭੁਗਤੂ, ਕਿਉਂਕਿ ਪੌਣੀ ਕਾਂਗਰਸ ਤਾਂ ਆਪਾਂ ਜਾਣਦੇ ਹਾਂ, ਅੱਧੀ ਤੋਂ ਪੌਣੀ ਕਾਂਗਰਸ ਨਵਜੋਤ ਸਿੰਘ ਸਿੱਧੂ ਦੀ ਦਬਵੀਂ ਸੁਰ ਦੇ ਵਿੱਚ ਖਿਲਾਫਤ ਕਰਦੀ ਹੈ। ਸੋ ਸਮਾਂ ਬਿਆਨ ਕਰੂਗਾ ਵੀ ਕੀ ਬਣਦਾ। ਪਰ ਲੰਘੇ ਕੱਲ ਰਾਤ ਦੇ ਵੇਲੇ ਮੂੰਹ ਨੇਰੇ ਜੇ ਕੇਜਰੀਵਾਲ ਸਾਹਿਬ ਆ ਜਿਹੜੇ ਉਹ ਪੰਜਾਬ ਦੇ ਵਿੱਚ ਆ ਗਏ ਆ। ਉਹਨਾਂ ਨੇ ਇੱਥੇ ਆ ਕੇ ਤੇ ਇੱਕ ਵੱਖਰੀ ਗੱਲ ਕੀਤੀ ਆ। ਉਹ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਪਹੁੰਚੇ ਆ। ਉਹਨਾਂ ਨੇ ਗੱਲ ਕਹੀ ਆ ਕਿ ਮਜੀਠੀਆ ਤੇ ਸਿੱਧੂ ਦੋਵੇਂ ਹੈਗੇ ਵੱਡੇ ਹਾਥੀ, ਇਹਨਾਂ ਦੋਹਾਂ ਦੇ ਭਾਰ ਦੇ ਥੱਲੇ ਇਹਨਾਂ ਦੇ ਹਲਕੇ ਦੇ ਤੇ ਪੰਜਾਬ ਦੇ ਮੁੱਦੇ ਦਬ ਕੇ ਰਹਿ ਗਏ ਆ ਤੇ ਐਤਕੀ ਭਾਈ ਸਾਨੂੰ ਵੋਟਾਂ ਪਾ ਦਿਓ ਤੇ ਪਵਾ ਦਿਓ ਤੇ ਬਹੁਤ ਚੰਗੀ ਗੱਲ ਹੋਊਗੀ ਤੇ ਤੁਹਾਨੂੰ ਅਸੀਂ ਇਸ ਬੋਝ ਦੇ ਥੱਲਿਓਂ ਕੱਢ ਲਾਂਗੇ ਬਾਹਰ, ਜਿਹੜਾ ਕਿ ਇਹਨਾਂ ਲੋਕਾਂ ਦੇ ਵੱਲੋਂ ਲੰਮੇ ਸਮੇਂ ਤੋਂ ਪਾਇਆ ਹੋਇਆ। ਹੁਣ ਕੇਜਰੀਵਾਲ ਸਾਹਿਬ ਨੇ ਆ ਕੇ ਆਪਦਾ ਨਵਾਂ ਪੱਤਾ ਸੁੱਟਤਾ ਤੇ ਇਹਦੇ ਉੱਤੇ ਲੋਕ ਕਿੰਨਾ ਕੁ ਅਸਰ ਕਬੂਲ ਕਰਨਗੇ ਇਹ ਸਮਾਂ ਬਿਆਨ ਕਰੂਗਾ। ਪਰ ਮੈਨੂੰ ਬਹੁਤ ਸਾਰੇ ਲੋਕ, ਬਹੁਤ ਸਾਰੇ ਭੈਣਾਂ ਵੀਰ ਇਹ ਪੁੱਛਦੇ ਆ ਵੀ ਕੀ ਸੱਚੀ ਐਤਕੀ ਆਮ ਆਦਮੀ ਪਾਰਟੀ ਦਾ ਕੁਝ ਬਣੂ? ਅਸਲ ਦੇ ਵਿੱਚ ਗੱਲ ਇਹ ਆ ਵੀ ਜੇਕਰ ਕੋਈ ਨਿਰਪੱਖ ਰਾਏ ਦੇ ਦੇਵੇ 2-4 ਵਾਰ ਤੇ ਫਿਰ ਕਈ ਲੋਕ ਕਹਿਣ ਲੱਗ ਜਾਂਦੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਦੇ ਤਾਂ ਝੋਲੀ ਚੱਕ ਹੁੰਨੇ ਹੀ ਆ, ਬਹੁਤੇ ਸਾਡੇ ਵਿੱਚੋਂ ਲੋਕ ਇਹੋ ਜਿਹੇ ਆ। ਪਰ ਜੇਕਰ ਕੋਈ ਪੱਤਰਕਾਰ ਇਹ ਗੱਲ ਕਹਿ ਦੇਵੇ ਵੀ ਨਹੀਂ ਐਤਕੀ ਇਸ ਪਾਰਟੀ ਦਾ ਗ੍ਰਾਫ ਹਾਲੇ ਠੀਕ ਆ ਜਾਂ ਉੱਚਾ ਹੋ ਰਿਹਾ, ਤਾਂ ਜਿਹੜਾ ਕਿਸੇ ਪਾਰਟੀ ਦੇ ਹੱਕ 'ਚ ਹੁੰਦਾ ਕਹਿੰਦਾ ਲੈ ਵਿਕ ਗਏ, ਇਹ ਤਾਂ ਖਰੀਦ ਲਏ ਗਏ, ਇਹ ਤਾਂ ਇੱਦਾਂ ਹੀ ਸਨ, ਇਹ ਤਾਂ ਇੱਦਾਂ ਹੀ ਹਨ, ਉਹਨਾਂ ਦਾ ਸੰਸਾਰ ਵਿਕ ਗਏ, ਖਰੀਦ ਲਏ, ਸੌਦਾ ਹੋ ਗਿਆ, ਇਹਦੇ ਵਿੱਚ ਹੀ ਫਸਿਆ। ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਵੀ ਤੁਹਾਡੇ ਸੁੱਤੇ ਦੇਸ਼ ਵਿਕ ਗਿਆ, ਪਤਾ ਨਹੀਂ ਕੀ ਕੁਝ ਵਿਕੀ ਜਾਂਦਾ। ਪਰ ਤੁਸੀਂ ਗੱਲ ਨੂੰ ਹਜ਼ਮ ਤੇ ਜਜ਼ਬ ਕਰਨ ਦਾ ਮਾਦਾ ਵੀ ਰੱਖੋ। ਆਪਦਾ ਹੀ ਦੁਨੀਆ, ਆਪਦਾ ਹੀ ਸੰਸਾਰ, ਇਹਦੇ ਵਿੱਚੋਂ ਬੜਾ ਜਿਹਾ ਬਾਹਰ ਨਿਕਲੋ। ਤੇ ਸੱਚੀ ਗੱਲ ਇਹ ਹੈ ਵੀ ਭਗਵੰਤ ਮਾਨ ਦੇ ਆਉਣ ਤੋਂ ਬਾਅਦ, CM ਕੈਂਡੀਡੇਟ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੁਝ ਹੱਦ ਤੱਕ ਸਥਿਤੀ ਸੁਧਰੀ ਆ। ਪਹਿਲਾਂ ਨਹੀਂ ਸੀ ਸੁਧਰੀ। ਅਸੀਂ ਇਸੇ ਥਾਂ ਦੇ ਉੱਤੇ ਬੈਠ ਕੇ ਗੱਲ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਬੜੀ ਪਤਲੀ ਆ। ਮਾਝਾ ਖੇਤਰ ਦੇ ਵਿੱਚ ਬੜੀ ਪਤਲੀ ਹੈ, ਦੁਆਬੇ 'ਚ ਵੀ ਪਤਲੀ ਹੈ ਤੇ ਮਾਲਵੇ ਦੇ ਵਿੱਚ ਪਹਿਲਾਂ ਨੇ ਮੁਕਾਬਲਤਨ 17 ਨੇ ਮੁਕਾਬਲਤਨ ਪਤਲੀ ਹੈ। ਪਰ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਪਾਰਟੀ ਦੇ ਵਰਕਰਾਂ ਦੇ ਵਿੱਚ, ਕੇਡਰ ਦੇ ਵਿੱਚ ਇੱਕ ਵਾਰ ਉਤਸ਼ਾਹ ਆਇਆ। ਮੈਨੂੰ ਨਹੀਂ ਪਤਾ ਇਹ ਸੀਟਾਂ ਕਿੰਨੀਆਂ ਲੈ ਜਾਣਗੇ, ਪਰ ਜਿਹੜਾ ਕੋਈ ਕੁਛ ਕਹਿੰਦਾ ਉਹਦੀ ਮਰਜ਼ੀ ਆ। ਪਰ ਇਹ ਗੱਲ ਸੱਚੀ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਤਿੱਖੀ ਟੱਕਰ ਦੇ ਰਹੀ ਹੈ, ਖਾਸ ਕਰਕੇ ਮਾਲਵੇ ਦੇ ਵਿੱਚ। ਤੇ ਇਹ ਗੱਲ ਦਬਵੀਂ ਸੁਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਨੂਨੀ ਪ੍ਰਸ਼ੰਸਕ, ਜਿਨ੍ਹਾਂ ਨੂੰ ਮਿਲਿਆ ਮੁਲਿਆ ਕੱਖ ਨਹੀਂ, ਬਸ ਉਹ ਐਂ ਹੀ ਆ, ਨਾਅਰੇ ਲਾਉਣ ਵਾਲੇ ਆ, ਉਹ ਵੀ ਕਹਿੰਦੇ ਵੀ ਯਾਰ ਐਤਕੀ ਨਾ ਜੇਕਰ ਆਪਣੀ ਸੀਟ ਨਿਕਲ ਜੇ ਤਾਂ ਵਧੀਆ ਹੋ। ਮੇਰੇ ਕੋਲੇ ਲੰਘੇ ਕੱਲ ਇੱਕ ਵੱਡੀ ਪਾਰਟੀ ਦੇ ਆਗੂ ਦਾ ਸਮਰਥਕ ਆਇਆ ਜਿਹੜਾ ਕਿ ਉਹਦਾ ਕੰਮ ਕਾਜ ਸਾਰਾ ਮੈਨੇਜ ਕਰਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਐਤਕੀ ਤੁਹਾਡੇ ਹਲਕੇ ਦੇ ਵਿੱਚ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ? ਉਹ ਕਹਿੰਦਾ ਬਾਈ ਸੱਚੀ ਗੱਲ ਤਾਂ ਇਹ ਆ ਵੀ ਸਾਡਾ ਮੁਕਾਬਲਾ ਐਤਕੀ ਆਮ ਆਦਮੀ ਪਾਰਟੀ ਨਾਲ ਆ। ਸਾਨੂੰ ਇਉਂ ਲੱਗਦਾ ਵੀ 3 ਤੋਂ ਲੈ ਕੇ 5000 ਵੋਟ ਦੇ ਨਾਲ ਹੀ ਜਿੱਤ ਤੈਅ ਹੋਣੀ ਆ। ਪਹਿਲਾਂ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਅੱਗੇ ਆ, ਅੱਜ ਦੀ ਤਰੀਕ ਦੇ ਵਿੱਚ ਸਾਡਾ ਸਰਵੇਖਣ ਕਹਿੰਦਾ ਵੀ ਅਸੀਂ ਬਰਾਬਰ ਆ ਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਬਰਾਬਰ ਤੋਂ ਅੱਗੇ ਨਿਕਲ ਜਾਈਏ। 10% ਦੀ ਸਾਡੀ ਕੋਸ਼ਿਸ਼ ਇਹ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਸਥਿਤੀ ਹੋਰ ਵੀ ਇਹੋ ਜਿਹੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 3 ਦਿਨ ਦੇ ਪੰਜਾਬ ਦੌਰੇ ਦੇ ਉੱਤੇ ਲੰਘੇ ਰਾਤ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ। ਏਅਰਪੋਰਟ ਕੰਪਲੈਕਸ ਤੋਂ ਬਾਹਰ ਆਉਂਦੇ ਹੀ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤੀ ਦੇ ਵੱਡੇ ਹਾਥੀ ਦੱਸਿਆ। ਚਰਨਜੀਤ ਸਿੰਘ ਚੰਨੀ ਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਉੱਤੇ ਦੋਸ਼ ਲਾਏ ਨੇ ਕਿ ਦੋਵੇਂ ਸਿਰਫ ਮੈਨੂੰ ਹੀ ਗਾਲਾਂ ਕੱਢਦੇ ਨੇ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਕੇਜਰੀਵਾਲ ਨੇ ਕਿਹਾ ਕਿ 5 ਸਾਲ ਕਾਂਗਰਸ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਪਿਛਲੀ ਵਾਰ ਜੋ ਵਾਅਦੇ ਕੀਤੇ, ਘਰ ਨੌਕਰੀ, ਸਮਾਰਟਫੋਨ, ਬੁਢਾਪਾ ਪੈਨਸ਼ਨ ਵਧਾਉਣ,
ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਰਾਹੁਲ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਕੁਝ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਮਹੱਤਵਪੂਰਨ ਐਲਾਨ ਹੁੰਦਾ। ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਆਮੋ ਸਾਹਮਣੇ ਖੜੇ ਹੋਣ ਦੇ ਉੱਤੇ ਵੀ ਚੁਟਕੀ ਲਈ। ਉਹਨਾਂ ਨੇ ਕਿਹਾ ਕਿ ਦੋਵੇਂ ਰਾਜਨੀਤੀ ਦੇ ਵੱਡੇ ਹਾਥੀ ਨੇ, ਇਹਨਾਂ ਦੇ ਪੈਰਾਂ ਥੱਲੇ ਜਨਤਾ ਕੁਚਲੀ ਜਾਂਦੀ ਹੈ। ਦੋਵਾਂ ਨੂੰ ਜਨਤਾ ਨੇ ਪਰਖ ਕੇ ਦੇਖ ਲਿਆ। ਮਜੀਠੀਆ ਦੀ ਬੇਲ ਰਿਜੈਕਟ ਹੋ ਗਈ ਹੈ ਤੇ ਉਹ ਭੱਜਦਾ ਫਿਰ ਰਿਹਾ। ਸਿੱਧੂ ਕਦੇ ਆਪਣੇ ਹਲਕੇ ਦੇ ਵਿੱਚ ਗਿਆ ਹੀ ਨਹੀਂ, ਕਿਸੇ ਦਾ ਫੋਨ ਨਹੀਂ ਚੁੱਕਦਾ ਤੇ ਦੁੱਖ ਸੁੱਖ ਦੇ ਵਿੱਚ ਵੀ ਨਹੀਂ ਜਾਂਦਾ। ਕੇਜਰੀਵਾਲ ਨੇ ਕਿਹਾ ਕਿ ਸੱਚਾਈ ਦਾ ਰਸਤਾ ਕੰਡਿਆਂ ਭਰਿਆ ਹੁੰਦਾ। ਸਾਰੇ ਸਾਨੂੰ ਗਾਲਾਂ ਕੱਢਦੇ ਨੇ। ਸੀਐਮ ਚੰਨੀ ਮੇਰੇ ਬਾਰੇ ਹੀ ਬੋਲਦੇ ਨੇ, ਸੁਖਬੀਰ ਬਾਦਲ ਵੀ। ਇੱਕ ਦੂਜੇ ਨੂੰ ਇਹ ਕਦੇ ਕੁਝ ਨਹੀਂ ਕਹਿੰਦੇ। ਰਾਜ ਇਹਨਾਂ ਦੋਹਾਂ ਨੇ ਪੰਜਾਬ ਦੇ ਉੱਤੇ ਕੀਤਾ। ਲੋਕ ਐਤਕੀ ਆਮ ਆਦਮੀ ਪਾਰਟੀ ਨਾਲ ਤੁਰਨ ਦਾ ਮਨ ਬਣਾ ਚੁੱਕੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚੋਣ ਦੰਗਲ ਭਖ ਗਿਆ, ਇਹਦੇ ਬਾਬਤ ਕੋਈ ਵੀ ਭਵਿੱਖਬਾਣੀ ਪੱਕੇ ਤੌਰ ਦੇ ਉੱਤੇ ਕਰਨੀ ਔਖੀ ਹੈ ਵੀ ਕੌਣ ਜਿੱਤੂ ਤੇ ਕੌਣ ਹਾਰੂ। ਮੈਂ ਕੱਲ੍ਹ ਵੀ ਬੇਨਤੀ ਇਹ ਕੀਤੀ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਵੀ ਐਤਕੀ ਹੰਗ ਅਸੈਂਬਲੀ ਯਾਨੀ ਕਿ ਲੰਗੜੀ ਸਰਕਾਰ ਬਣ ਸਕਦੀ ਹੈ। ਕਿਸੇ ਵੀ ਪਾਰਟੀ ਦੀ ਸਰਕਾਰ ਨਾ ਆਵੇ, ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪਰ ਬਿਕਰਮ ਸਿੰਘ ਮਜੀਠੀਆ ਦੀ 31 ਜਨਵਰੀ ਤੱਕ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੀ ਹੋਈ ਹੈ। ਮੁਕਾਬਲਾ ਦੋਵਾਂ ਦਾ ਆਮੋ ਸਾਹਮਣੇ ਹੋਣਾ ਸਿੱਧੂ ਤੇ ਮਜੀਠੀਆ ਦਾ। ਇਹਦੇ ਵਿੱਚ ਆ ਕੇ ਭਗਵੰਤ ਮਾਨ ਨੇ ਵੀ ਐਂਟਰੀ ਕੀਤੀ ਹੈ। ਜਿਵੇਂ ਮੈਂ ਪਹਿਲੀ ਖਬਰ ਦੇ ਵਿੱਚ ਗੱਲ ਕਹੀ ਆ, ਉਹਨਾਂ ਨੇ ਕਿਹਾ ਕਿ ਇਹਨਾਂ ਦੋਹਾਂ ਨੂੰ ਹਰਾ ਦਿਓ, ਸਾਡੇ ਵਾਲੀ ਉਮੀਦਵਾਰ ਜੀਵਨਜੋਤ ਕੌਰ ਨੂੰ ਜਿਤਾ ਦਿਓ। ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਪਾਇਆ। ਸੋ ਇੱਕ ਦੂਜੇ ਦੀਆਂ ਸੀੜੀਆਂ ਕੱਢ ਕੇ ਲਿਆਉਣ ਦਾ ਸਿਲਸਿਲਾ ਸ਼ੁਰੂ ਹੁਣ ਹੋ ਜਾਣਾ। ਇੱਕ ਦੂਜੇ ਦੇ ਉੱਤੇ ਨਿੱਜੀ ਤੌਰ ਤੇ ਚਿੱਕੜ ਸੁੱਟਣ ਦਾ ਸਿਲਸਿਲਾ ਹੁਣ ਸ਼ੁਰੂ ਹੋ ਜਾਣਾ। ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਵੋਟਾਂ ਦੇ, ਚੰਗੇ ਤੋਂ ਉਲਟ ਪ੍ਰਚਾਰ ਦੀ ਧਾਰ ਤਿੱਖੀ ਹੋਊਗੀ। ਤੇ ਮੇਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਹਾਡੇ ਕੋਲੇ ਬਹੁਤ ਸਾਰੀਆਂ ਗੰਦੀਆਂ ਮੰਦੀਆਂ ਕਿਸੇ ਦੀਆਂ ਵੀਡੀਓ ਵੀ ਆ ਸਕਦੀਆਂ, ਕਿਸੇ ਵੀ ਪਾਰਟੀ ਦੀ ਹੋ ਸਕਦੀ ਉਹ, ਪਰ ਤੁਸੀਂ ਅੱਗੇ ਨਾ ਪਹੁੰਚਾਇਓ। ਜੇਕਰ ਤੁਹਾਡੇ ਕੋਲੇ ਤੱਥ ਹੋਣ, ਤੁਹਾਨੂੰ ਸਬੂਤਾਂ ਦੇ ਉੱਤੇ ਆਧਾਰਿਤ ਲੱਗੇ, ਫਿਰ ਤੁਹਾਡੀ ਮਰਜ਼ੀ ਆ ਵੀ ਤੁਸੀਂ ਉਹਦਾ ਕੀ ਕਰਨਾ। ਪਰ ਤੁਹਾਡੇ ਕੋਲੇ ਕੁਝ ਵੀ ਆ ਗਿਆ WhatsApp ਤੇ ਆਪਾਂ ਪੈਂਡੀ ਸੱਟੇ ਚੱਕ ਕੇ ਗਰੁੱਪਾਂ 'ਚ ਪਾ ਦਿੰਦੇ। ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਬਹੁਤ ਕੁਝ ਦੁਨੀਆ 'ਚ ਚੱਲ ਰਿਹਾ, ਪਰ ਆਪਾਂ ਮਾੜਾ ਮੋਟਾ ਆਪ ਵੀ ਸੁਧਰ ਗਏ। ਆਪਾਂ ਤਮਾਸ਼ਾ ਨਹੀਂ ਦੇਖਣਾ। ਜੇਕਰ ਤੁਹਾਡੇ ਖਿਲਾਫ ਕਿਸੇ ਦੇ ਬਾਬਤ ਕੋਈ ਕੂੜ ਪ੍ਰਚਾਰ ਆ ਰਿਹਾ, ਤੁਸੀਂ ਤਰਕ ਦੇ ਆਧਾਰ 'ਤੇ ਗੱਲ ਕਰੋ। ਤੁਸੀਂ ਵੱਧ ਤੋਂ ਵੱਧ ਲਿਖੋ, ਵੱਧ ਤੋਂ ਵੱਧ ਬੋਲੋ, ਪਰ ਤਹਿਜ਼ੀਬ ਦੇ ਨਾਲ, ਮਰਿਆਦਾ ਦੇ ਨਾਲ। ਤੇ ਤਰਕ ਤੁਹਾਡੇ ਕੋਲੇ ਹੋਣਾ ਚਾਹੀਦਾ। ਤੱਥਾਂ ਭਰਪੂਰ ਤੁਹਾਡੀ ਗੱਲ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਬਾਅਦ ਦੇ ਵਿੱਚ ਸਾਨੂੰ ਉਤਰਨਾ ਆਵੇ ਜੀ ਫਲਾਣੀ ਥਾਂ ਤੋਂ ਐਂ ਆਇਆ ਸੀ, ਮੈਂ ਤਾਂ ਐਂ ਭੇਜਤਾ। ਲਓ ਜੀ, ਮੈਨੂੰ ਲੱਗਦਾ ਸੀ ਵੀ ਇਹ ਠੀਕ ਆ, ਮੈਂ ਤਾਂ ਭੇਜਤਾ। ਲੱਗਦਾ ਹੋਣਾ ਵੱਖਰੀ ਗੱਲ ਆ, ਸੱਚਾਈ ਹੋਣੀ ਇੱਕ ਵੱਖਰੀ ਗੱਲ ਆ। ਸੋ ਆਉਂਦੇ ਦਿਨਾਂ ਦੇ ਵਿੱਚ ਕੂੜ ਪ੍ਰਚਾਰ ਬਹੁਤ ਵੱਡੇ ਪੱਧਰ 'ਤੇ ਹੋਣਾ। ਕਿਸੇ ਇੱਕ ਧਿਰ ਦੇ ਵੱਲ ਪ੍ਰਭਾਵਿਤ ਨਹੀਂ ਹੋਣਾ। ਤੁਸੀਂ ਤਰਕ ਦੇ ਨਾਲ ਸਾਰੀਆਂ ਧਿਰਾਂ ਦੀ ਪੜਤਾਲ ਕਰੋ, ਸਾਰੀਆਂ ਧਿਰਾਂ ਦੀ ਪੜਚੋਲ ਕਰੋ। ਤੁਹਾਨੂੰ ਕਿਹੜੀ ਕੰਮ ਦੀ ਲੱਗਦੀ ਹੈ, ਤੁਹਾਡੇ ਕੰਮ ਕੌਣ ਹੁਣ ਤੱਕ ਆਇਆ, ਉਹਨੂੰ ਵੋਟ ਨਿੱਠ ਕੇ ਪਾਓ। ਸਾਰਾ ਟੱਬਰ ਪਾਓ, ਤੁਹਾਡੀ ਇੱਛਾ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਪੁਚਲਾਵੇ ਦੇ ਵਿੱਚ ਐਤਕੀ ਬਿਲਕੁਲ ਨਾ ਆਇਓ। ਰਾਹੁਲ ਗਾਂਧੀ ਲੰਘੇ ਕੱਲ੍ਹ ਜਦੋਂ ਜਲੰਧਰ ਦੇ ਵਿੱਚ ਵਰਚੁਅਲ ਰੈਲੀ ਦੇ ਵਿੱਚ ਆਏ, ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਵੀ ਭਾਈ ਸੀਐਮ ਐਲਾਨੋ। ਹੁਣ ਸੀਐਮ ਚਿਹਰਾ ਐਲਾਨੇ ਬਿਨਾਂ ਦਾਲ ਨਹੀਂ ਗਲਣੀ ਆਪਣੀ। ਨਵਜੋਤ ਸਿੱਧੂ ਨੇ ਤਾਂ ਇਹ ਗੱਲ ਕਹੀ ਹੈ ਜੀ ਕਿ ਦੇਖੋ, ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਮੇਰੇ 3-4 ਨੁਕਤੇ ਹੁੰਦੇ ਆ, ਅੱਜ ਵੀ ਹੈਗੇ, ਰਹਿਣੇ ਵੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਲਾੜਾ ਕੌਣ ਆ, ਇਸ ਗੱਲ ਦੇ ਉੱਤੇ ਮੋਹਰ ਲਾਓ। ਤੇ ਜਦੋਂ ਚੰਨੀ ਸਾਹਿਬ ਦੇ ਹੱਥ ਦੇ ਵਿੱਚ ਮਾਈਕ ਆਇਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਰੇ ਅਸੀਂ ਸਹੁੰ ਖਾਂਦੇ ਆ, ਕਿਸੇ ਇੱਕ ਨੂੰ ਸੀਐਮ ਚਿਹਰਾ ਐਲਾਨ ਦਿਓ, ਅਸੀਂ ਸਾਰੇ ਬਾਕੀ ਉਹਦੀ ਮਦਦ ਕਰਾਂਗੇ। ਮੈਂ ਨਹੀਂ ਕਹਿੰਦਾ ਮੈਨੂੰ ਹੀ ਐਲਾਨੋ। ਉਹਨਾਂ ਨੇ ਇਹ ਗੱਲ ਕਹੀ ਆ, ਜਿਹਨੂੰ ਮਰਜ਼ੀ ਐਲਾਨ ਦਿਓ, ਪਰ ਬਾਕੀ ਸਾਰੇ ਮਦਦ ਕਰਨਗੇ। ਤੇ ਜੇਕਰ ਆਪਾਂ ਸੀਐਮ ਚਿਹਰਾ ਨਹੀਂ ਐਲਾਨਦੇ ਤਾਂ ਪਾਰਟੀ ਹੈ ਜਿਹੜੀ ਉਹ ਜਿੱਤ ਤੋਂ ਦੂਰ ਹੋ ਸਕਦੀ ਹੈ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗਾ ਟਿੱਪਣੀ। ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਵੰਡਣ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਬਗਾਵਤ ਲਗਾਤਾਰ ਵੱਧ ਰਹੀ ਹੈ। ਬਗਾਵਤ ਇਸ ਕਦਰ ਹੈ ਕਿ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ KP ਨੇ ਵੀ ਪਾਰਟੀ ਖਿਲਾਫ ਮੋਰਚਾ ਖੋਲ੍ਹਿਆ ਹੋਇਆ। ਆਦਮਪੁਰ ਵਿਧਾਨ ਸਭਾ ਖੇਤਰ ਤੋਂ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ KP ਨੇ ਕਿਹਾ ਕਿ ਮੈਂ ਚੋਣ ਤਾਂ ਜ਼ਰੂਰ ਲੜਾਂਗਾ, ਪਰ ਕਿਸ ਪਾਰਟੀ ਤੋਂ ਤੇ ਕਿਹੜੇ ਵਿਧਾਨ ਸਭਾ ਖੇਤਰ ਤੋਂ ਚੋਣ ਲੜਾਂਗਾ, ਇਹਦੇ ਬਾਬਤ ਮੈਂ ਹਾਲੇ ਕੁਝ ਵੀ ਨਹੀਂ ਕਹਿ ਸਕਦਾ। ਇੱਥੇ ਵੀ ਦੱਸਣਾ ਬਣਦਾ ਕਿ ਲੰਘੇ ਕੱਲ੍ਹ ਜਦੋਂ ਜਲੰਧਰ ਦੇ ਵਿੱਚ ਰਾਹੁਲ ਗਾਂਧੀ ਹੋਰੀ ਆਏ, ਤਾਂ ਉਸ ਵਕਤ ਦੋਨਾਂ ਵੱਡੇ ਕਾਂਗਰਸੀ ਆਗੂਆਂ ਦੇ ਵੱਲੋਂ ਯਾਨੀ ਕਿ ਚੰਨੀ ਤੇ ਸਿੱਧੂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਕਿਰਪਾ ਕਰਕੇ ਹੁਣ ਸਾਨੂੰ ਮੁੱਖ ਮੰਤਰੀ ਚਿਹਰਾ ਐਲਾਨ ਦੇਣਾ ਚਾਹੀਦਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ, ਪੰਜਾਬ ਦੇ ਲੋਕਾਂ ਦੇ 3 ਸਵਾਲ ਨੇ। ਉਹ ਪੁੱਛ ਰਹੇ ਨੇ ਕਿ ਇਸ ਚਿੱਕੜ ਦੇ ਵਿੱਚੋਂ ਸਾਨੂੰ ਕੌਣ ਕੱਢੇਗਾ। ਦੂਜਾ ਸਵਾਲ ਇਹ ਵੀ ਕਿਵੇਂ ਕੱਢੇਗਾ, ਤੇ ਸਾਡੇ ਕੋਲੇ ਕਿਹੜਾ ਰੋਡ ਮੈਪ ਜਾਂ ਕਿਹੜਾ ਏਜੰਡਾ। ਸਿੱਧੂ ਨੇ ਤੀਜਾ ਸਭ ਤੋਂ ਵੱਡਾ ਸਵਾਲ ਸੀਐਮ ਚਿਹਰੇ ਨੂੰ ਲੈ ਕੇ ਪੁੱਛਿਆ। ਪੰਜਾਬ ਜਾਣਨਾ ਚਾਹੁੰਦਾ ਕਿ ਕਾਂਗਰਸ ਦਾ ਸੀਐਮ ਚਿਹਰਾ ਕੌਣ ਹੋਵੇਗਾ। ਇਸ ਤੋਂ ਬਾਅਦ ਜਦੋਂ ਚੰਨੀ ਹੋਰਾਂ ਦੀ ਵਾਰੀ ਆਈ, ਉਹਨਾਂ ਨੇ ਵੀ ਇਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜਿਹੜਾ ਵੀ ਲੀਡ ਕਰੇਗਾ, ਬਾਕੀ ਸਾਰੀ ਪਾਰਟੀ ਉਹਦੀ ਪੂਰੀ ਮਦਦ ਕਰੇਗੀ।
ਤੇ ਉਹਨਾਂ ਨੇ ਕਿਹਾ ਜੀ ਕਿ ਮੁੱਖ ਮੰਤਰੀ 'ਚ ਜਿਹੜਾ ਐਲਾਨ ਹੁਣ ਹੋਣਾ ਚਾਹੀਦਾ ਹੈ। ਤੇ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਨਤਾ ਦੇ ਉੱਤੇ ਹੀ ਅਸੀਂ ਇਹ ਗੱਲ ਛੱਡਾਂਗੇ ਕਿ ਕੌਣ ਸੀਐਮ ਚਿਹਰਾ ਐਤਕੀ ਕਾਂਗਰਸ ਦਾ ਹੋਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਾ ਹੀ ਤੈਅ ਕਰੇਗੀ ਕਿ ਸਾਡਾ ਮੁੱਖ ਮੰਤਰੀ ਕੌਣ ਹੋ, ਮੈਨੂੰ ਲੱਗਦਾ ਇਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਵਾਲਾ ਹੀ ਤਰੀਕਾ ਅਪਣਾਇਆ ਜਾਊ। ਜਿਵੇਂ ਉਹਨਾਂ ਨੇ ਮੋਬਾਈਲ ਵਾਲਾ ਤਰੀਕਾ ਅਪਣਾਇਆ ਵੀ ਭਾਈ ਸੀਐਮ ਦੇ ਬਾਬਤ ਰਾਇ ਲੈਣੀਆਂ, ਸ਼ਾਇਦ ਇਹ ਵੀ ਕੋਈ ਨਾ ਕੋਈ ਇਹੋ ਜਿਹੀ ਤਕਨੀਕ ਕੱਢਣ, ਕੋਈ ਨਾ ਕੋਈ ਇਹੋ ਜਿਹਾ ਮਸਲਾ ਲੈ ਕੇ ਆਉਣ। ਸੋ ਉਹਦੇ ਵਿੱਚੋਂ ਕੌਣ ਅੱਗੇ ਜਾਊ ਕੁਝ ਕਹਿ ਨਹੀਂ ਸਕਦੇ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਹਾਲ ਦੀ ਘੜੀ ਇਹ ਗੱਲ ਕਹਿੰਦੇ ਆ ਕਿ ਚੰਨੀ ਸਾਹਿਬ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਹੋ ਸਕਦੇ ਆ, ਕਿਉਂਕਿ ਉਹਨਾਂ ਨੇ ਥੋੜ੍ਹੇ ਕੁ ਸਮੇਂ ਦੇ ਵਿੱਚ ਛਾਪ ਚੰਗੀ ਛੱਡੀ ਹੈ। ਬਾਕੀ ਵਕਤ ਦੱਸੂਗਾ ਕਿ ਸਿੱਧੂ ਸਾਹਿਬ ਕੀ ਕਰਦੇ ਆ, ਕੀ ਉਹ ਮੁੱਖ ਮੰਤਰੀ ਚਿਹਰਾ ਬਣਦੇ ਕਿ ਨਹੀਂ ਬਣਦੇ, ਤੇ ਜੇਕਰ ਨਹੀਂ ਬਣਦੇ ਤਾਂ ਫਿਰ ਉਹ ਕਿਹੜੇ ਰਾਹ ਦੇ ਉੱਤੇ ਤੁਰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਫਿਰ ਖਬਰ ਦੀ ਖਬਰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਧੰਨਵਾਦ।